ਪਿਆਰੇ ਦੋਸਤੋ, ਅਸੀਂ ਪਿਛਲੇ ਹਫ਼ਤੇ ਦੀ ਵੀਡੀਓ ਵਿੱਚ ਵੇਖਿਆ ਸੀ ਕਿ ਕਿਵੇਂ ਪਰਮੇਸ਼ਵਰ ਅਲੱਗ-ਅਲੱਗ ਢੰਗਾਂ ਵਿੱਚ ਸਾਡੀ ਅਗਵਾਈ ਕਰਦਾ ਹੈ। ਪਰ ਕੀ ਅਸੀਂ ਹਰ ਰੋਜ਼ ਉਸ ਦੀ ਅਗਵਾਈ ਵਿੱਚ ਚੱਲਦੇ ਹਾਂ, ਜਾਂ ਕੋਈ ਹੋਰ ਸਾਡੇ ਜੀਵਨ ਦੀ ਅਗਵਾਈ ਕਰਨ ਲੱਗ ਜਾਂਦਾ ਹੈ? ਜਾਂ ਕੀ ਅਸੀਂ ਕਦੇ ਪਰਮੇਸ਼ਵਰ ਦੀ ਅਤੇ ਕਦੇ ਕਿਸੇ ਹੋਰ ਦੀ ਅਗਵਾਈ ਵਿੱਚ ਚੱਲਣ ਲੱਗ ਪੈਂਦੇ ਹਾਂ? ਅੱਜ ਦੀ ਵੀਡੀਓ ਵਿੱਚ ਅਸੀਂ ਅਜਿਹੇ ਹੀ ਪ੍ਰਸ਼ਨਾਂ ਦੇ ਉੱਤਰਾਂ ਉੱਤੇ ਗੌਰ ਕਰਾਂਗੇ। ਅਸਲ ਵਿੱਚ ਸਾਨੂੰ ਹਰ ਰੋਜ਼ ਆਪਣੇ ਜੀਵਨ ਨੂੰ ਜਾਂਚਣਾ ਚਾਹੀਦਾ ਹੈ ਕਿ ਅਸੀਂ ਕਿਸ ਦੀ ਅਗਵਾਈ ਵਿੱਚ ਚੱਲ ਰਹੇ ਹਾਂ। ਸਾਡੇ ਜੀਵਨ ਦੀ ਮੰਜ਼ਿਲ ਇਸ ਗੱਲ ਉੱਤੇ ਨਿਰਧਾਰਿਤ ਹੋਵੇਗੀ ਕਿ ਕੌਣ ਸਾਡੀ ਅਗਵਾਈ ਕਰਦਾ ਹੈ। ਇਸ ਨੂੰ ਸਮਝਣ ਲਈ ਅਸੀਂ ਆਪਣੇ ਜੀਵਨ ਨੂੰ ਇੱਕ ਕਾਰ ਜਾਂ ਇੱਕ ਗੱਡੀ ਵਾਂਗ ਵੇਖ ਸਕਦੇ ਹਾਂ, ਅਤੇ ਕੌਣ ਇਸ ਦੀ ਡਰਾਈਵਰ ਸੀਟ ਤੇ ਹੈ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਬਹੁਤ ਵਾਰ ਬਿਨਾਂ ਜ਼ਿਆਦਾ ਵਿਚਾਰ ਕੀਤੇ ਲੋਕ ਆਖਦੇ ਹਨ ਕਿ ਪਰਮੇਸ਼ਵਰ ਸਾਡੀ ਅਗਵਾਈ ਕਰ ਰਿਹਾ ਹੈ, ਪਰ ਮੈਂ ਸੋਚਦਾ ਹਾਂ ਕਿ ਅਸੀਂ ਪਰਮੇਸ਼ਵਰ ਤੋਂ ਇਲਾਵਾ ਵੀ ਕਈ ਵਾਰ ਬਹੁਤ ਸਾਰੇ ਹੋਰਨਾਂ ਡਰਾਈਵਰਾਂ ਨੂੰ ਆਪਣੇ ਜੀਵਨ ਦੀ ਗੱਡੀ ਫੜਾ ਦਿੰਦੇ ਹਾਂ, ਜਿਹੜੇ ਸਾਡੇ ਜੀਵਨ ਨੂੰ ਮੰਜ਼ਿਲ ਵੱਲ ਲੈ ਕੇ ਜਾਣ ਦੀ ਬਜਾਏ ਅਜਿਹੇ ਔਖੇ ਰਾਹਾਂ ਵੱਲ ਲੈ ਜਾਂਦੇ ਹਨ ਜਿੱਥੇ ਕਿ ਸਾਡੇ ਲਈ ਫਿਰ ਪਛਤਾਵੇ ਤੋਂ ਇਲਾਵਾ ਕੁਝ ਹੋਰ ਬਚਦਾ ਹੀ ਨਹੀਂ। ਸਾਨੂੰ ਹਰ ਰੋਜ਼ ਇਹ ਜਾਂਚਣਾ ਚਾਹੀਦਾ ਹੈ ਕਿ ਕੌਣ ਸਾਡੀ ਅਗਵਾਈ ਕਰ ਰਿਹਾ ਹੈ। ਅਸੀਂ ਅੱਜ ਕੁਝ ਹੋਰਨਾਂ ਡਰਾਈਵਰਾਂ ਬਾਰੇ ਸਿੱਖਾਂਗੇ ਜਿਹੜੇ ਸਾਡੇ ਜੀਵਨ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਨੰਬਰ 1, ਲੋਕ। ਬਹੁਤ ਵਾਰ ਅਸੀਂ ਵਚਨ ਨੂੰ ਜਾਣਦੇ ਹੋਏ ਵੀ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਗੱਲਾਂ ਉੱਤੇ ਚਿੱਤ ਲਾ ਕੇ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਬਣਾਉਂਦੇ ਹਾਂ, ਕਿਉਂ ਜੋ ਅਸੀਂ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹਾਂ। ਮਰਕੁਸ ਦੀ ਅੰਜੀਲ 2 ਅਧਿਆਇ ਉਸ ਦੀ 13 ਤੋਂ 17 ਆਇਤ ਵਿੱਚ ਜਦੋਂ ਫਰੀਸੀਆਂ ਅਤੇ ਗ੍ਰੰਥੀਆਂ ਨੇ ਪ੍ਰਭੂ ਯਿਸੂ ਨੂੰ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦਿਆਂ ਵੇਖਿਆ ਤਾਂ ਉਹਨਾਂ ਨਾਰਾਜ਼ਗੀ ਪ੍ਰਗਟ ਕੀਤੀ। ਪਰ ਪ੍ਰਭੂ ਯਿਸੂ ਨੇ ਉਹਨਾਂ ਦੀ ਪਰਵਾਹ ਕੀਤੇ ਬਿਨਾਂ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣ ਨੂੰ ਮਹੱਤਵ ਦਿੱਤਾ ਸੀ। ਉਹ ਪਾਪੀਆਂ ਨੂੰ ਬਚਾਉਣ ਲਈ ਆਇਆ ਸੀ। 17 ਆਇਤ ਵਿੱਚ ਯਿਸੂ ਨੇ ਜਵਾਬ ਦਿੱਤਾ, ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਦੇ ਲਈ ਆਇਆ ਹਾਂ। ਦੋਸਤੋ, ਕਈ ਵਾਰ ਅਸੀਂ ਪਰਮੇਸ਼ਵਰ ਦੀ ਬਜਾਏ ਲੋਕ ਕੀ ਕਹਿਣਗੇ ਇਸ ਉੱਤੇ ਜ਼ਿਆਦਾ ਵਿਚਾਰ ਕਰਦੇ ਹਾਂ। ਅਸੀਂ ਪਰਮੇਸ਼ਵਰ ਦੀ ਇੱਛਾ ਤੋਂ ਉੱਪਰ ਲੋਕਾਂ ਦੀ ਇੱਛਾ ਨੂੰ ਰੱਖਦੇ ਹਾਂ। ਲੋਕਾਂ ਦੀ ਸੋਚ ਅਤੇ ਵਿਚਾਰ ਦੂਜਿਆਂ ਪ੍ਰਤੀ ਸਾਡੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਨੇ ਚਾਹੀਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਲੋਕਾਂ ਨੂੰ ਆਪਣੇ ਜੀਵਨ ਦੀ ਅਗਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਦੋਂ ਮਰੀਅਮ ਅਤੇ ਯੂਸਫ ਉੱਤੇ ਦੂਤ ਨੇ ਪਰਮੇਸ਼ਵਰ ਦੀ ਇੱਛਾ ਨੂੰ ਪ੍ਰਗਟ ਕੀਤਾ ਤਾਂ ਉਹਨਾਂ ਨੇ ਲੋਕ ਕੀ ਕਹਿਣਗੇ ਇਸ ਦੀ ਪਰਵਾਹ ਨਹੀਂ ਕੀਤੀ। ਜਦੋਂ ਨੂਹ ਨੇ ਪਰਮੇਸ਼ਵਰ ਦੀ ਅਗਵਾਈ ਵਿੱਚ ਕਿਸ਼ਤੀ ਬਣਾਈ ਤਾਂ ਉਹ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਵਿੱਚ ਲੱਗਾ ਰਿਹਾ। ਇੱਥੋਂ ਤੱਕ ਕਿ ਜਦੋਂ ਯਹੋਨਾ 2 ਅਧਿਆਇ ਵਿੱਚ ਪ੍ਰਭੂ ਯਿਸੂ ਨੂੰ ਉਸ ਦੀ ਮਾਤਾ ਮਰੀਅਮ ਨੇ ਮੈਅ ਦੇ ਖਤਮ ਹੋ ਜਾਣ ਬਾਰੇ ਦੱਸਿਆ ਤਾਂ ਪ੍ਰਭੂ ਯਿਸੂ ਨੇ ਆਪਣੀ ਮਾਤਾ ਨਾਲੋਂ ਵੀ ਜ਼ਿਆਦਾ ਪਰਮੇਸ਼ਵਰ ਦੀ ਅਗਵਾਈ ਵਿੱਚ ਅਤੇ ਪਰਮੇਸ਼ਵਰ ਦੇ ਸਮੇਂ ਅਨੁਸਾਰ ਕੰਮ ਕਰਨ ਨੂੰ ਤਰਜੀਹ ਦਿੱਤੀ। ਪ੍ਰਭੂ ਯਿਸੂ ਨੇ ਇਹ ਵਿਖਾਇਆ ਕਿ ਪਰਮੇਸ਼ਵਰ ਪਿਤਾ ਦੀ ਅਗਵਾਈ ਉਸ ਦੇ ਲਈ ਸਭ ਤੋਂ ਮਹੱਤਵਪੂਰਨ ਸੀ ਅਤੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਸੀ, ਭਾਵੇਂ ਕਿ ਉਹ ਉਸ ਦੇ ਪਰਿਵਾਰ ਦਾ ਮੈਂਬਰ ਹੀ ਕਿਉਂ ਨਾ ਹੋਵੇ। ਪਿਆਰਿਓ, ਸਾਨੂੰ ਲੋਕਾਂ ਨੂੰ ਆਪਣੇ ਜੀਵਨ ਦੀ ਅਗਵਾਈ ਕਰਨ ਦੀ ਇਜਾਜ਼ਤ ਨਹੀਂ ਦੇਣੀ ਹੈ। ਲੋਕਾਂ ਦਾ ਡਰ ਸਾਨੂੰ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਤੋਂ ਰੋਕਣਾ ਨਹੀਂ ਚਾਹੀਦਾ ਹੈ। ਆਓ ਅਸੀਂ ਹਮੇਸ਼ਾ ਪਰਮੇਸ਼ਵਰ ਨੂੰ ਆਪਣੇ ਜੀਵਨ ਦੀ ਡਰਾਈਵਰ ਸੀਟ ਤੇ ਰੱਖੀਏ ਅਤੇ ਕਦੇ ਵੀ ਹੋਰਨਾਂ ਲੋਕਾਂ ਨੂੰ ਸਾਡੇ ਜੀਵਨ ਦੀ ਅਗਵਾਈ ਕਰਨ ਦੀ ਇਜਾਜ਼ਤ ਨਾ ਦਈਏ। ਨੰਬਰ 2, ਸਰੀਰ। ਕੀ ਤੁਸੀਂ ਇਹ ਜਾਣਦੇ ਹੋ ਕਿ ਜਦੋਂ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣ ਦੀ ਗੱਲ ਆਉਂਦੀ ਹੈ ਤਾਂ ਸਾਡਾ ਆਪਣਾ ਸਰੀਰ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਇਹ ਹਮੇਸ਼ਾ ਹੀ ਸਾਨੂੰ ਆਪਣੀ ਅਗਵਾਈ ਵਿੱਚ ਚਲਾਉਣਾ ਚਾਹੁੰਦਾ ਹੈ। ਸਰੀਰ ਦੀਆਂ ਕਾਮਨਾਵਾਂ ਸਦਾ ਸਾਡੇ ਉੱਤੇ ਆਪਣਾ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਲਗਭਗ ਅੱਧਾ ਨਵਾਂ ਨੇਮ ਲਿਖਣ ਵਾਲਾ ਰਸੂਲ ਪੌਲਸ ਵੀ ਸਰੀਰ ਨਾਲ ਸੰਘਰਸ਼ ਕਰਦਾ ਪ੍ਰਤੀਤ ਹੋਇਆ ਜਦੋਂ ਉਸਨੇ ਪਹਿਲਾ ਕੁਰਿੰਥੀਆਂ 9 ਉਸ ਦੀ 27 ਆਇਤ ਵਿੱਚ ਆਪਣੀ ਗਵਾਹੀ ਨੂੰ ਸਭਨਾਂ ਦੇ ਨਾਲ ਸਾਂਝਾ ਕੀਤਾ। ਉਹ ਲਿਖਦਾ ਹੈ, ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਹਾਂ ਅਤੇ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਦੋਸਤੋ, ਮਸੀਹੀ ਹੁੰਦੇ ਹੋਏ ਕੁਝ ਮੁੱਖ ਖੇਤਰਾਂ ਵਿੱਚ ਅਕਸਰ ਅਸੀਂ ਆਪਣੇ ਸਰੀਰ ਨੂੰ ਸਾਡੀ ਅਗਵਾਈ ਕਰਦਾ ਹੋਇਆ ਵੇਖ ਸਕਦੇ ਹਾਂ। ਮੱਤੀ 26 ਅਧਿਆਇ ਵਿੱਚ ਪ੍ਰਭੂ ਯਿਸੂ ਨੇ ਚੇਲਿਆਂ ਨੂੰ ਜਾਗਦੇ ਰਹਿਣ ਲਈ ਆਖਿਆ, ਪਰ ਉਹਨਾਂ ਦਾ ਸਰੀਰ ਉਹਨਾਂ ਉੱਤੇ ਹਾਵੀ ਹੋ ਗਿਆ। ਉਹਨਾਂ ਪਰਮੇਸ਼ਵਰ ਦੀ ਮਰਜ਼ੀ ਤੋਂ ਵੱਧ ਸਰੀਰ ਦੀ ਮਰਜ਼ੀ ਨੂੰ ਪੂਰਾ ਕੀਤਾ ਤੇ ਉਹ ਸੌਂ ਗਏ। ਆਇਤ 41 ਵਿੱਚ ਯਿਸੂ ਉਹਨਾਂ ਨੂੰ ਆਖਦਾ ਹੈ, ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਇੱਥੇ ਪ੍ਰਭੂ ਯਿਸੂ ਕਿਹੜੇ ਪਰਤਾਵੇ ਦੀ ਗੱਲ ਕਰ ਰਿਹਾ ਸੀ? ਸਰੀਰ ਨੂੰ ਅਗਵਾਈ ਸੌਂਪ ਦੇਣ ਦਾ ਪਰਤਾਵਾ। ਸਰੀਰ ਉੱਤੇ ਜਿੱਤ ਪਾਉਣ ਵਿੱਚ ਸਾਡੀ ਸਹਾਇਤਾ ਲਈ ਪਰਮੇਸ਼ਵਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੋਇਆ ਹੈ, ਪਰ ਦੋਹਾਂ ਵਿੱਚੋਂ ਕਿਸ ਨੂੰ ਅਸੀਂ ਅਗਵਾਈ ਕਰਨ ਦਿੰਦੇ ਹਾਂ, ਇਹੀ ਫਰਕ ਲਿਆਉਂਦਾ ਹੈ। ਕਈ ਵਾਰ ਸਭ ਤੋਂ ਸੋਹਣਾ ਦਿਖਣ ਦੀ ਲਾਲਸਾ
ਸਾਨੂੰ ਆਸਾਨੀ ਨਾਲ ਸਾਡੇ ਸਰੀਰ ਦੀ ਅਧੀਨਤਾ ਵਿੱਚ ਲੈ ਆਉਂਦੀ ਹੈ। ਵਚਨ ਵਿੱਚ ਖਾਸ ਕਰਕੇ ਇਸਤਰੀਆਂ ਨੂੰ ਲਾਜ ਅਤੇ ਸੰਜਮ ਸਹਿਤ ਸੁਹਾਣੀ ਪੁਸ਼ਾਕ ਨਾਲ ਆਪਣੇ ਆਪ ਨੂੰ ਸ਼ਿੰਗਾਰਨ ਦੀ ਸਲਾਹ ਦਿੱਤੀ ਗਈ ਹੈ। ਪੌਲਸ ਦੀ ਪਹਿਲਾ ਤਿਮੋਥੀਅਸ 2:9 ਵਿੱਚ ਇਹੋ ਹੀ ਸਲਾਹ ਸਭਨਾਂ ਤੇ ਲਾਗੂ ਹੋ ਸਕਦੀ ਹੈ। ਕਈ ਵਾਰ ਸਰੀਰ ਦੀਆਂ ਕਾਮਨਾਵਾਂ ਜਦੋਂ ਸਾਡੀ ਅਗਵਾਈ ਕਰਨ ਲੱਗ ਪੈਂਦੀਆਂ ਹਨ ਤਾਂ ਇਹ ਵਿਨਾਸ਼ ਵੱਲ ਲੈ ਜਾਂਦੀਆਂ ਹਨ। ਪੌਲਸ ਗਲਾਤੀਆਂ 5 ਉਸਦੀ 16 ਆਇਤ ਵਿੱਚ ਸਾਨੂੰ ਆਖਦਾ ਹੈ ਕਿ ਜੇਕਰ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਨਾ ਪੂਰੀਆਂ ਕਰੋਗੇ। 24 ਆਇਤ ਵਿੱਚ ਤਾਂ ਉਹ ਆਖਦਾ ਹੈ ਕਿ ਜਿਹੜੇ ਮਸੀਹ ਯਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾਵਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ ਹੈ। ਪਿਆਰਿਓ, ਜੇਕਰ ਅਸੀਂ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣਾ ਹੈ ਤਾਂ ਸਾਡੇ ਲਈ ਸਰੀਰ ਅਤੇ ਸਰੀਰ ਦੀਆਂ ਕਾਮਨਾਵਾਂ ਤੇ ਜਿੱਤ ਪਾਉਣੀ ਲਾਜ਼ਮੀ ਹੈ। ਨੰਬਰ 3, ਸਾਡੀਆਂ ਭਾਵਨਾਵਾਂ ਜਾਂ ਸਾਡੇ ਖਿਆਲ। ਬਹੁਤ ਸਾਰੇ ਲੋਕ ਆਪਣੇ ਮਨਾਂ ਵਿੱਚ ਹੀ ਕਈ ਯੁੱਧ ਲੜਦੇ ਰਹਿੰਦੇ ਹਨ। ਇਸ ਦੀ ਇੱਕ ਉਦਾਹਰਣ ਸਾਨੂੰ ਰਸੂਲਾਂ ਦੇ ਕਰਤੱਵ 10 ਅਧਿਆਇ ਵਿੱਚ ਮਿਲਦੀ ਹੈ। ਜਦੋਂ ਪਤਰਸ ਨੂੰ ਕੁਰਨੇਲੀਅਸ ਦੇ ਘਰ ਜਾਣ ਲਈ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਤਾਂ ਆਇਤ 17 ਆਖਦੀ ਹੈ ਕਿ ਉਹ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ, ਭਈ ਇਹ ਦਰਸ਼ਨ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊ। ਆਇਤ 19 ਵਿੱਚ ਅੱਗੇ ਲਿਖਿਆ ਹੈ, ਜਾਂ ਪਤਰਸ ਉਸ ਦਰਸ਼ਨ ਦੀ ਸੋਚ ਵਿੱਚ ਪਿਆ ਹੋਇਆ ਸੀ ਤਾਂ ਆਤਮਾ ਨੇ ਉਸ ਨੂੰ ਆਖਿਆ। ਦੋਸਤੋ, ਪਤਰਸ ਦੀ ਚਿੰਤਾ ਤੇ ਸੋਚ ਉਸ ਨੂੰ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣ ਤੋਂ ਰੋਕ ਰਹੇ ਸਨ, ਪਰੰਤੂ ਉਸ ਨੇ ਆਪਣੇ ਉਹਨਾਂ ਖਿਆਲਾਂ ਅਤੇ ਸੋਚਾਂ ਤੇ ਜਿੱਤ ਪਾਈ ਜਿਹੜੇ ਉਸ ਨੂੰ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣ ਤੋਂ ਰੋਕ ਰਹੇ ਸਨ। ਕਈ ਵਾਰੀ ਅਸੀਂ ਹੋਰਨਾਂ ਲੋਕਾਂ ਬਾਰੇ ਬਹੁਤ ਸਾਰੇ ਆਪਣੇ ਹੀ ਖਿਆਲਾਂ ਅਤੇ ਸੋਚਾਂ ਨੂੰ ਆਪਣੇ ਮਨਾਂ ਵਿੱਚ ਪਾਲ ਲੈਂਦੇ ਹਾਂ ਅਤੇ ਉਹਨਾਂ ਬਾਰੇ ਆਪਣੀ ਰਾਏ ਪੱਕਿਆਂ ਕਰ ਲੈਂਦੇ ਹਾਂ ਅਤੇ ਫਿਰ ਇਹੀ ਖਿਆਲ, ਭਾਵਨਾਵਾਂ ਜਾਂ ਵਿਚਾਰ ਸਾਡੀ ਅਗਵਾਈ ਕਰਨ ਲੱਗ ਪੈਂਦੇ ਹਨ। ਪਰ ਆਓ ਅਸੀਂ ਸੁਚੇਤ ਰਹੀਏ ਕਿ ਜਿਵੇਂ ਹੀ ਕੋਈ ਵੀ ਅਜਿਹਾ ਖਿਆਲ ਜਿਹੜਾ ਸਾਡੇ ਮਨ ਵਿੱਚ ਕਿਲਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪਰਮੇਸ਼ਵਰ ਦੇ ਵਚਨ ਵਿਰੁੱਧ ਸਾਡੀ ਅਗਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨੂੰ ਢਾਹ ਦਈਏ ਅਤੇ ਹਰੇਕ ਖਿਆਲ ਨੂੰ ਬੰਧਨ ਵਿੱਚ ਲਿਆਈਏ। ਇਹੋ ਹੀ ਪੌਲਸ ਨੇ 2 ਕੁਰਿੰਥੀਆਂ 10 ਅਧਿਆਇ ਉਸਦੀ 5 ਆਇਤ ਵਿੱਚ ਸਾਨੂੰ ਸਭਨਾਂ ਨੂੰ ਸਲਾਹ ਦਿੱਤੀ ਸੀ। ਉਹ ਇਸ ਤਰ੍ਹਾਂ ਆਖਦਾ ਹੈ, ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦੇ ਆਗਿਆਕਾਰ ਹੋਵੇ। ਪਿਆਰਿਓ, ਸਾਡੇ ਫੈਸਲੇ ਕਦੇ ਵੀ ਸਾਡੀਆਂ ਭਾਵਨਾਵਾਂ ਉੱਤੇ ਨਹੀਂ ਪਰ ਪਰਮੇਸ਼ਵਰ ਦੇ ਵਚਨ ਉੱਤੇ ਆਧਾਰਿਤ ਹੋਣੇ ਚਾਹੀਦੇ ਹਨ। ਪ੍ਰਭੂ ਯਿਸੂ ਨੇ ਆਪਣੇ ਜੀਵਨ ਵਿੱਚ ਇਸ ਦੀ ਉੱਤਮ ਉਦਾਹਰਣ ਸਾਨੂੰ ਦਿੱਤੀ ਹੈ। ਇਸੇ ਕਰਕੇ ਹੀ ਉਹ ਸਲੀਬ ਉੱਤੇ ਵੀ ਆਪਣੇ ਦੁਸ਼ਮਣਾਂ ਨੂੰ ਮਾਫ ਕਰਨ ਦੇ ਯੋਗ ਹੋਇਆ ਸੀ, ਕਿਉਂਕਿ ਉਹ ਸਰੀਰ ਅਤੇ ਭਾਵਨਾਵਾਂ ਦੀ ਅਗਵਾਈ ਵਿੱਚ ਨਹੀਂ ਪਰ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲ ਰਿਹਾ ਸੀ। ਇਸ ਦੇ ਉਲਟ ਪਤਰਸ ਨੇ ਗਤਸਮਨੀ ਦੇ ਬਾਗ ਵਿੱਚ ਭਾਵਨਾਵਾਂ ਦੀ ਅਗਵਾਈ ਵਿੱਚ ਆ ਕੇ ਇੱਕ ਸਿਪਾਹੀ ਦਾ ਕੰਨ ਉਡਾ ਦਿੱਤਾ ਸੀ। ਪਿਆਰਿਓ, ਜਦੋਂ ਤੁਸੀਂ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਤੁਸੀਂ ਦੂਜਿਆਂ ਨੂੰ ਮਾਫ ਕਰਦੇ ਹੋ। ਤੁਸੀਂ ਉਹਨਾਂ ਦੀ ਨਫ਼ਰਤ ਦਾ ਬਦਲਾ ਪਿਆਰ ਵਿੱਚ ਦਿੰਦੇ ਹੋ। ਆਓ ਅਸੀਂ ਹਰ ਦਿਨ ਕੋਈ ਵੀ ਖਿਆਲ, ਵਿਚਾਰ ਜਾਂ ਭਾਵਨਾ ਜਿਹੜੀ ਪਰਮੇਸ਼ਵਰ ਦੇ ਵਚਨ ਵਿਰੁੱਧ ਸਾਡੇ ਮਨਾਂ ਵਿੱਚ ਉੱਠਦੀ ਹੈ, ਅਸੀਂ ਉਸ ਨੂੰ ਢਾਹ ਕੇ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲੀਏ। ਨੰਬਰ 4, ਸ਼ੈਤਾਨ। ਦੋਸਤੋ, ਸ਼ੈਤਾਨ ਸ਼ੁਰੂ ਤੋਂ ਹੀ ਸਾਡੇ ਜੀਵਨ ਤੇ ਨਿਯੰਤਰਣ ਕਰਨਾ ਚਾਹੁੰਦਾ ਸੀ। ਪਹਿਲੇ ਨਰ ਅਤੇ ਨਾਰੀ ਦੀ ਰਚਨਾ ਤੋਂ ਲੈ ਕੇ ਹੁਣ ਤੱਕ ਉਸਨੇ ਧਰਤੀ ਤੇ ਆਏ ਹਰ ਮਨੁੱਖ ਉੱਤੇ ਆਪਣਾ ਅਧਿਕਾਰ ਰੱਖਣ ਅਤੇ ਉਸ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਮੇਸ਼ਵਰ ਦਾ ਪੁੱਤਰ ਵੀ ਇਸ ਤੋਂ ਬਚਿਆ ਨਹੀਂ ਰਿਹਾ ਸੀ। ਮਤੀ ਦੀ ਅੰਜੀਲ 4 ਅਧਿਆਇ ਵਿੱਚ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ, ਪਰ ਉਸ ਨੇ ਸਾਡੇ ਲਈ ਨਮੂਨਾ ਰੱਖਿਆ ਕਿ ਕਿਵੇਂ ਅਸੀਂ ਸ਼ੈਤਾਨ ਨੂੰ ਆਪਣੇ ਜੀਵਨ ਦੀ ਅਗਵਾਈ ਨਹੀਂ ਸੌਂਪਣੀ ਹੈ। ਸਾਡੀ ਅਗਵਾਈ ਕਰਨ ਲਈ ਸ਼ੈਤਾਨ ਸਦਾ ਜਿਨ੍ਹਾਂ ਖੇਤਰਾਂ ਵਿੱਚ ਉਸਨੇ ਯਿਸੂ ਨੂੰ ਪਰਖਿਆ ਉਹੀ ਖੇਤਰਾਂ ਵਿੱਚ ਸਾਨੂੰ ਵੀ ਪਰਖਦਾ ਹੈ ਅਤੇ ਜੇਕਰ ਅਸੀਂ ਇਹਨਾਂ ਪ੍ਰੀਖਿਆਵਾਂ ਵਿੱਚ ਡਿੱਗ ਪਏ ਤਾਂ ਉਹ ਸਾਡੇ ਜੀਵਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਵੇਗਾ। ਸ਼ੈਤਾਨ ਬਹੁਤ ਹੀ ਹੁਸ਼ਿਆਰ ਹੈ ਅਤੇ ਉਹ ਕਦੇ ਵੀ ਸਿੱਧਾ ਆਪ ਮੂਹਰੇ ਹੋ ਕੇ ਸਾਡੀ ਅਗਵਾਈ ਨਹੀਂ ਕਰਦਾ। ਉਹ ਲੋਕਾਂ ਨੂੰ, ਸਾਡੇ ਸਰੀਰ ਦੀਆਂ ਲੋੜਾਂ ਨੂੰ, ਸਾਡੇ ਖਿਆਲਾਂ ਨੂੰ ਅਤੇ ਸੋਚਾਂ ਰਾਹੀਂ ਸਾਡੀ ਅਗਵਾਈ ਕਰਨ ਨੂੰ ਪਾਲਦਾ ਹੈ। ਉਸ ਨੇ ਯਿਸੂ ਦੀ ਸਰੀਰਕ ਭੋਜਨ ਦੀ ਲੋੜ ਵੇਖ ਕੇ ਉਸ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਸੰਸਾਰ ਦੀਆਂ ਵਸਤੂਆਂ ਦਾ ਲਾਲਚ ਉਸ ਨੂੰ ਦਿੱਤਾ। ਪਿਆਰਿਓ, ਸਾਡੇ ਕੋਲ ਸੰਸਾਰ ਦੀਆਂ ਵਸਤੂਆਂ ਦੀ ਭਰਪੂਰੀ ਹੋਣਾ ਸਦਾ ਪਰਮੇਸ਼ਵਰ ਦੀਆਂ ਬਰਕਤਾਂ ਦਾ ਸਬੂਤ ਨਹੀਂ ਹੁੰਦਾ ਹੈ, ਕਿਉਂ ਜੋ ਇਹੋ ਉਸਨੇ ਪ੍ਰਭੂ ਯਿਸੂ ਨਾਲ ਵਾਅਦਾ ਕੀਤਾ ਸੀ ਜਦੋਂ ਉਸਨੇ ਉਸ ਨੂੰ ਨਿਉ ਕੇ ਮੱਥਾ ਟੇਕਣ ਲਈ ਆਖਿਆ। ਸ਼ੈਤਾਨ ਦਾ ਸਭ ਤੋਂ ਵੱਡਾ ਹਥਿਆਰ ਸੰਸਾਰਿਕ ਵਸਤੂਆਂ ਦਾ ਲਾਲਚ ਹੈ ਅਤੇ ਇਸ ਦੇ ਰਾਹੀਂ ਸਾਨੂੰ ਉਹ ਸਦਾ ਆਪਣੀ ਅਗਵਾਈ ਵਿੱਚ ਲੈ ਜਾਣਾ ਚਾਹੁੰਦਾ ਹੈ ਅਤੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਕਿ ਅਸੀਂ ਉਸ ਦੀਆਂ ਚਾਲਾਂ ਅਤੇ ਉਸ ਦੇ ਢੰਗਾਂ ਅਧੀਨ ਹੋ ਕੇ ਕੋਈ ਵੀ ਦੁਨਿਆਵੀ ਵਸਤੂ ਨੂੰ ਪ੍ਰਾਪਤ ਨਾ ਕਰੀਏ। ਪ੍ਰਭੂ ਯਿਸੂ ਨੇ ਮਤੀ ਦੀ ਅੰਜੀਲ 6 ਅਧਿਆਇ ਉਸਦੀ 33 ਆਇਤ ਵਿੱਚ ਆਖਿਆ ਕਿ ਪਹਿਲੋਂ ਅਸੀਂ ਉਸ ਦੇ ਰਾਜ ਅਤੇ ਧਰਮ ਨੂੰ ਪਾਲੀਏ ਤਾਂ ਸਾਰੀਆਂ ਵਸਤੂਆਂ ਵੀ ਸਾਨੂੰ ਦਿੱਤੀਆਂ ਜਾਣਗੀਆਂ। ਦੋਸਤੋ, ਸਾਡੇ ਜੀਵਨ ਨੂੰ ਸਭ ਤੋਂ ਉੱਤਮ ਢੰਗ ਨਾਲ ਚਲਾਉਣ ਲਈ ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਵੀ ਵਧੀਆ ਡਰਾਈਵਰ ਨਹੀਂ ਹੈ। ਪਰਮੇਸ਼ਵਰ ਆਪਣੇ ਵਚਨ ਰਾਹੀਂ ਸਾਡੀ ਅਗਵਾਈ ਕਰਦਾ ਹੈ।
ਭਜਨਕਾਰ ਜ਼ਬੂਰ 119 ਉਸ ਦੀ 11 ਆਇਤ ਵਿੱਚ ਆਖਦਾ ਹੈ ਕਿ ਮੈਂ ਆਪਣੇ ਮਨ ਵਿੱਚ ਤੇਰੇ ਵਚਨ ਨੂੰ ਜਮ੍ਹਾਂ ਕਰ ਲਿਆ ਹੈ ਤਾਂ ਜੋ ਤੇਰਾ ਪਾਪ ਨਾ ਕਰਾਂ। ਪਰਮੇਸ਼ਵਰ ਨੇ ਆਪਣਾ ਪਵਿੱਤਰ ਆਤਮਾ ਸਾਡੇ ਅੰਦਰ ਸਾਨੂੰ ਪਵਿੱਤਰ ਰੱਖਣ ਲਈ ਦਿੱਤਾ ਹੋਇਆ ਹੈ। ਪਵਿੱਤਰ ਆਤਮਾ ਸਾਨੂੰ ਪਰਮੇਸ਼ਵਰ ਦੇ ਰਾਹਾਂ ਉੱਤੇ ਅਤੇ ਉਸ ਦੇ ਵਚਨ ਅਨੁਸਾਰ ਚੱਲਣ ਲਈ ਅਤੇ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਣ ਲਈ ਸਹਾਇਤਾ ਵਾਸਤੇ ਦਿੱਤਾ ਗਿਆ ਹੈ। ਜਦੋਂ ਵੀ ਸਾਡੇ ਅੰਦਰ ਪਰਮੇਸ਼ਵਰ ਦੇ ਵਚਨ ਅਨੁਸਾਰ ਅਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਆਉਂਦੀ ਹੈ ਤਾਂ ਇਹ ਪਵਿੱਤਰ ਆਤਮਾ ਦੀ ਧੀਮੀ ਆਵਾਜ਼ ਹੁੰਦੀ ਹੈ, ਜਿਸ ਨੂੰ ਕਈ ਵਾਰ ਅਸੀਂ ਅਣਗੌਲਿਆਂ ਕਰਕੇ ਉਸ ਨੂੰ ਸ਼ੋਕਿਤ ਵੀ ਕਰਦੇ ਹਾਂ। ਪਰ ਪਿਆਰਿਓ, ਪਵਿੱਤਰ ਆਤਮਾ ਕਦੇ ਵੀ ਸਾਡੇ ਨਾਲ ਜ਼ਬਰਦਸਤੀ ਨਹੀਂ ਕਰਦਾ ਹੈ। ਉਹ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲਦੇ ਰਹਿਣ ਲਈ ਸਾਡਾ ਸਹਾਇਕ ਹੈ। ਆਓ ਅਸੀਂ ਆਪਣੇ ਜੀਵਨ ਦੀ ਗੱਡੀ ਇੱਕੋ ਡਰਾਈਵਰ ਦੇ ਹੱਥ ਵਿੱਚ ਰੱਖੀਏ, ਕਿਉਂ ਜੋ ਵਾਰ-ਵਾਰ ਡਰਾਈਵਰ ਬਦਲਣਾ ਸਾਡੇ ਜੀਵਨ ਦੀ ਗੱਡੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੈਂ ਯਸ਼ਾਇਆ 58 ਦੇ ਉਸ ਦੀ 11 ਆਇਤ ਨੂੰ ਤੁਹਾਡੇ ਜੀਵਨ ਤੇ ਘੋਸ਼ਣਾ ਕਰਦਾ ਹਾਂ। ਯਹੋਵਾ ਤੇਰੀ ਅਗਵਾਈ ਸਦਾ ਕਰੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ ਅਤੇ ਉਹ ਸੁੰਬ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ ਹੈ। ਪਿਆਰਿਓ, ਆਓ ਅਸੀਂ ਸਦਾ ਪਰਮੇਸ਼ਵਰ ਦੀ ਅਗਵਾਈ ਵਿੱਚ ਚੱਲੀਏ ਅਤੇ ਉਸ ਦੇ ਨਾਮ ਨੂੰ ਮਹਿਮਾ ਦਈਏ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।